अवले अल्लाह नूर उपाया कुदरत के सब बंदे एक नूर दे सब जग उपजा कौन भले को मंदे। हरख सोग जाके नहीं बैरी मीत समान कहो नानक सुन रे मना मुक्त ताहिंज जा। गुरु तेग बहादुर साहब जी का पवित्र सलोक असली ਉਹਨੂੰ ਮੁਕਤਾ ਮੰਨਦੇ ਨੇ ਕਿ ਜਿਹੜਾ ਬੈਰੀ ਮੀਤ ਸਮਾਨ ਤੱਕ ਪਹੁੰਚ ਜਾਏ। ਤੇ ਬਾਬਾ ਕਬੀਰ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਤੇ ਉਹਨਾਂ ਦੀ ਬਾਣੀ ਦੇ ਵਿੱਚੋਂ ਵੀ ਸਾਨੂੰ ਐਸੇ ਹੀ ਝਲਕਾਰੇ ਪ੍ਰਾਪਤ ਹੁੰਦੇ ਨੇ ਜਿਸ ਦੇ ਪਰਤਾਏ ਕਿ ਆਪਾਂ ਇਸ ਵਕਤ ਸਾਂਝ ਕਰਦੇ ਪਏ ਹਾਂ। ਸਾਡੇ ਨਾਲ ਸਰਦਾਰ ਤਰਿੰਦਰ ਸਿੰਘ ਜੀ ਦਿੱਲੀ ਤੋਂ ਜੁੜ ਚੁੱਕੇ ਨੇ ਜਿਹੜੇ ਕਿ ਸਾਡੇ ਨਾਲ ਬਾਬਾ ਕਬੀਰ ਸਾਹਿਬ ਜੀ ਦਾ ਇਤਿਹਾਸ ਤੇ ਉਹਨਾਂ ਦੀ ਬਾਣੀ ਦੀ ਵਿਚਾਰ ਸਾਂਝੀ ਕਰਦੇ ਪਏ ਨੇ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜੀ ਕਟੂ ਦੇ ਕਮੇਟੀ ਦੇ ਪ੍ਰਧਾਨ ਨੇ, ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ 'ਚ ਵੀ ਸੇਵਾਵਾਂ ਦੇ ਰਹੇ ਨੇ ਆਪਣੀਆਂ। ਸੋ ਇੱਥੇ ਭਾਈ ਸਾਹਿਬ ਜੀ ਜਿਵੇਂ ਆਪਾਂ ਵਿਚਾਰ ਕਰ ਰਹੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜੀ शिखर की एक गल की है कि बैरी मीत समान जी। देखो गुरप्रीत जी, मैं चाहांगा कि गुरु साहब कृपा करे कमिंग दिनों ਆਪਾਂ ਨੇ ਇੱਕ ਇਸ ਤਰ੍ਹਾਂ ਦਾ ਵਿਚਾਰ ਰੱਖੀਏ ਕਿ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਵਿੱਚ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ ਜੀ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਣੀ ਨੂੰ ਇਕੱਠਾ ਕੀਤਾ ਜੀ। देखो कुछ इतिहासकार ये भी दसते हैं कि गुरु नानक देव जी ने भगतां दी बाणी खुद इकट्ठी की है और कुछ भगत रविदास जी की नुमाइंदगी दे विच भगत रामानंद जी होवन, भगत रविदास जी होवन, भगत पीपा जी होवन, भगत सैन जी होवन, ये भगत गुरु नानक देव जी नाल मिले भी हैगे ने। काशी बनारस दे विच उत्थे उन्हां दा मेल भी होया है जी। ਤੇ ਪਰ ਬਲਿਹਾਰ ਜਾਈਏ ਗੁਰੂ ਨਾਨਕ ਦੇਵ ਜੀ ਦੇ ਕਿ ਕਿੰਨੇ ਉਹਨਾਂ ਨੇ ਚੋਣ ਕੀਤੀ ਉਹਨਾਂ ਭਗਤਾਂ ਦੀ ਔਰ ਜਿਹੜੇ ਭਗਤ ਸਰਗੁਣ ਸਰੂਪ ਦੇ ਉਪਾਸ਼ਕ ਸਨ ਉਹ ਨਿਰਗੁਣ ਸਰੂਪ ਦੇ ਉਪਾਸ਼ਕ ਹੋ ਗਏ। ਸਤਿਗੁਰ ਮੇ ਬਲਿਹਾਰੀ ਤੋਰ ਜਿਨ ਸਗਲ ਬਿਕਲ ਪ੍ਰਮ ਕਾਟੇ ਮੋਰ। ਭਗਤ ਰਾਮਾਨੰਦ ਜੀ ਦਾ ਇੱਕੋ ਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਤੇ ਕਤ ਜਾਈਏ ਰੇ ਗਰ ਲਾਗੋ ਰੰਗ ਮੇਰਾ ਚਿੱਤ ਨਾ ਚਲੇ ਮਨ ਭਇਓ ਭੰਗ। ਇਹਨਾਂ ਨੇ ਸ਼ਬਦ ਦੇ ਅਖੀਰ ਦੇ ਵਿੱਚ ਕੀਤਾ ਹੈ ਕਿ ਜੇ ਨਾਨਕ ਸਾਹਿਬ ਮਹਾਰਾਜ ਜਦੋਂ ਮੈਂ ਤੁਹਾਡੇ ਨਾਲ ਮੇਲ ਹੋਇਆ ਮੇਰਾ ਮੇਰੇ ਸਾਰੇ ਭਰਮ ਭੁਲੇਖੇ ਦੂਰ ਹੋ ਗਏ। ਸਤਿਗੁਰ ਮੇ ਬਲਹਾਰੀ ਤੋਰ ਜਿਨ ਸਕਲ ਬਿਕਲ ਪ੍ਰਮ ਕਾਟੇ ਮੋਰ। ਜਿਨ੍ਹਾਂ ਦੇ ਮਿਲਣ ਦੇ ਨਾਲ ਮੇਰੇ ਜਿੰਨੇ ਭਰਮ ਭੁਲੇਖੇ ਸਨ ਸਾਰੇ ਦੂਰ ਹੋ ਗਏ। ਤੁਹਾਨੂੰ ਪਤਾ ਹੈ ਕਿ ਭਗਤ ਰਾਮਾਨੰਦ ਜੀ ਦੇ 13 ਚੇਲੇ ਸਨ, ਉਹਦੇ ਵਿੱਚੋਂ ਇੱਕ ਭਗਤ ਕਬੀਰ ਜੀ ਵੀ ਹੈਗੇ ਨੇ ਚੇਲਾ ਜੀ ਜੀ। ਭਗਤ ਕਬੀਰ ਜੀ ਦੇ ਜੀਵਨ ਇਤਿਹਾਸ ਦੇ ਵਿੱਚ ਗਾਥਾ ਆਉਂਦੀ ਹੈ ਕਿ ਜਦੋਂ ਉਹਨਾਂ ਨੂੰ ਕਿਸੇ ਨੇ ਪੁੱਛਿਆ ਤੇਰਾ ਗੁਰੂ ਕੌਣ ਹੈ ਤੇ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਮੈਂ ਹਾਲੇ ਤੱਕ ਗੁਰੂ ਕੋਈ ਧਾਰਨ ਨਹੀਂ ਕੀਤਾ, ਕਿਉਂਕਿ ਭਗਤ ਕਬੀਰ ਜੀ ਦੇ ਆਪਣੇ ਜੀਵਨ ਕਾਲ ਦੇ ਵਿੱਚ ਕੋਈ ਪੜ੍ਹਾਈ ਸਿੱਖਿਆ ਦੀਕਸ਼ਾ ਪ੍ਰਾਪਤ ਨਹੀਂ ਸੀ ਕੀਤੀ। ਇਹ ਤੁਰ ਦਰਗਾਹ ਤੋਂ ਹੀ ਗਿਆਨੀ ਸਨ ਔਰ ਕਬੀਰ ਜੀ ਇੱਕ ਦਿਨ ਗੰਗਾ ਦੇ ਉਸ ਪਦਮ ਤੱਟ ਤੇ ਲੇਟ ਜਾਂਦੇ ਨੇ ਕਿ ਰਾਤੀ ਜਦੋਂ ਆਣਗੇ ਭਗਤ ਰਾਮਾਨੰਦ ਜੀ ਤੇ ਮੈਂ ਉਹਨਾਂ ਦੇ ਕੋਲ ਗੁਰਮੰਤਰ ਪ੍ਰਾਪਤ ਕਰਾਂਗਾ, ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਕੀਤਾ ਹੈਗਾ ਆਪਣੀ ਵਾਰਾਂ ਦੇ ਵਿੱਚ। ਕਹਿੰਦੇ ਨੇ ਜਦੋਂ ਰਾਮਾਨੰਦ ਜੀ ਆਂਦੇ ਨੇ ਤੇ ਜਿੱਥੇ ਸੀੜੀ ਤੇ ਕਬੀਰ ਜੀ ਵਿਸ਼ਰਾਮ ਕਰ ਰਹੇ ਸਨ ਤੇ ਉਹਨਾਂ ਦੇ ਪੈਰ ਦੇ ਨਾਲ ਲੱਗ ਕੇ ਤੇ ਉਹ ਇੱਕੋ ਗੱਲ ਕਹਿੰਦੇ ਨੇ ਕਿ ਉੱਠ ਪਿਆਰਿਆ ਰਾਮ ਕਾ ਨਾਮ ਜਪ। ਬਸ ਉਹ ਰਾਮ ਦਾ ਨਾਮ ਸੁਣਦੇ ਹੀ ਭਗਤ ਕਬੀਰ ਜੀ ਦਾ ਜੀਵਨ ਪਰਮਾਤਮਾ ਮਈ ਬਣ ਗਿਆ। ਜਿਹੜੀ ਗੱਲ ਦੇ ਉੱਤੇ ਮੈਂ ਆ ਰਿਹਾ ਕਿ ਭਗਤ ਰਾਮਾਨੰਦ ਜੀ ਦੇ ਚੇਲੇ ਸਨ ਕਬੀਰ ਜੀ, ਪਰ ਭਗਤ ਰਾਮਾਨੰਦ ਜੀ ਜਿਹੜੀ ਗੱਲ ਕਹਿ ਰਹੇ ਨੇ ਕਿ ਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਮੈਂ ਬਲਿਹਾਰ ਜਾਵਾਂ ਤੁਹਾਡੇ ਮੇਲ ਦੇ ਨਾਲ ਮੇਰੇ ਸਾਰੇ ਭਰਮ ਭੁਲੇਖੇ ਦੂਰ ਹੋ ਗਏ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਜਿੰਨਾ ਮਾਣ ਬਖਸ਼ਿਆ ਉਹਨਾਂ ਦੀ ਬਾਣੀ ਨੂੰ ਸ਼੍ਰੀ ਆਦਿ ਗ੍ਰੰਥ ਦੇ ਅੰਦਰ ਪੋਥੀ ਆਪਣੇ ਵੇਲੇ ਆਪਣੇ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਪੋਥੀਆਂ ਦੇ ਨਾਲ ਅੰਕਿਤ ਕਰ ਦਿੱਤਾ, ਪਾਓ ਸੰਭਾਲ ਕਰ ਦਿੱਤਾ ਕਿ ਜਿਹੜਾ ਗ੍ਰੰਥ ਤਿਆਰ ਕਰਾਂਗੇ ਤੁਹਾਡੀ ਰਚਨਾ ਵੀ ਉਹਦੇ ਵਿੱਚ ਅਸੀਂ ਲਿਖਾਂਗੇ। ਸੁਣਨ ਵਿੱਚ ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਕਬੀਰ ਜੀ ਦਾ ਸੁਮੇਲ ਗੁਰੂ ਨਾਨਕ ਦੇਵ ਜੀ ਦੇ ਨਾਲ ਹੋਇਆ ਹੈ। ਭਾਈ ਗੁਰਦਿੱਤ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਬਕਾਇਦਾ ਕਬੀਰ ਜੀ ਨੂੰ ਮਿਲੇ ਨੇ, ਪਰ ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਕਬੀਰ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੀ ਉਹਨਾਂ ਸੰਸਾਰ ਤੋਂ ਚਲੇ ਗਏ ਸਨ। ਉਹ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝ ਕਰਨ ਲੱਗਿਆ ਹਾਂ ਕਿ ਕਬੀਰ ਜੀ ਦੀ ਬਾਣੀ ਨੂੰ ਜੇ ਅਸੀਂ ਦੇਖੀਏ
ਦੇਖੋ ਕਿੰਨੀ ਸੁਮੇਲ ਖਾਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿੱਥੇ ਬਾਣੀ ਨੂੰ ਸੰਗ੍ਰਹਿ ਕੀਤਾ, ਭਾਵੇਂ ਭਗਤਾਂ ਦੀ ਕਿਰਤ ਅਲੱਗ-ਅਲੱਗ ਸੀ ਪਰ ਉਹਨਾਂ ਦੀ ਵਿਚਾਰਧਾਰਾ ਇੱਕ ਸੀ। ਜਿੱਥੇ ਤੁਸੀਂ ਗੱਲ ਕੀਤੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸਲੋਕ ਦੀ, ਉਸ ਤੋਂ ਪਹਿਲਾਂ ਆਪਾਂ ਨੇ ਵਿਚਾਰ ਕੀਤੀ ਕਿ ਕਬੀਰ ਜੀ ਕਹਿੰਦੇ ਨੇ ਕਿ ਇਹ ਪ੍ਰਮਾਤਮਾ ਮੈਂ ਜਿੱਥੇ ਵੀ ਦੇਖਦਾ, ਜਤ ਦੇਖੋ ਤਦ ਤੂੰ, ਕਿਉਂਕਿ ਤੂੰ ਹੀ ਤੂੰ ਨਜ਼ਰ ਆਂਦਾ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਅਸਲ ਇਨਸਾਨ ਉਹ ਮੁਕਤ ਹੈ, ਉਹ ਜੀਵਨ ਬੰਧਨ ਤੋਂ ਬਾਹਰ ਹੈ, ਕਿਉਂਕਿ ਹਰ ਇੱਕ ਸੋਗ ਜਾ ਕੇ ਨਹੀਂ, ਵੈਰੀ ਮੀਤ ਸਮਾਨ ਕਉ ਨਾਨਕ ਸੁਨ ਰੇ ਮਨਾ, ਮੁਕਤ ਤਾਏ ਤੈ ਜਾ। ਮੈਂ ਬੈਠੇ ਵਿਚਾਰ ਕਰ ਰਿਹਾ ਸੀ, ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਲਿਹਾਰ ਜਿਨ੍ਹਾਂ ਨੇ ਕਹਿ ਦਿੱਤਾ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵਡਿਆਂ ਸੂ ਕਿਆ ਰੀਸ। ਹਾਂਜੀ, गुरु नानक देव जी महाराज ने कहता है हम नहीं चंगे बुरा नहीं कोई, प्रणवत नानक तारे सोए। ਹੁਣ ਉਹ ਦੇਖੋ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੀ ਗੱਲ ਨੂੰ ਸ਼ੁਰੂਆਤ ਕੀਤੀ, ਸਭ ਨੂੰ ਇੱਕ ਬਰਾਬਰ ਸਮਝਿਆ। ਔਰ ਕਬੀਰ ਜੀ ਦੀ ਅਵਸਥਾ ਦੇਖੋ ਕਿੰਨੀ ਸੁਮੇਲ ਹੈ ਗੁਰੂ ਨਾਨਕ ਦੇਵ ਜੀ ਦੇ ਨਾਲ, ਔਰ ਉਹਨਾਂ ਦੀ ਬਾਣੀ ਵੀ ਇਹੀ ਗਵਾਹੀ ਦਿੰਦੀ ਹੈ ਕਿ ਅਸੀਂ ਸਾਰੇ ਇੱਕ ਅਕਾਲ ਪੁਰਖ ਦੇ ਬੱਚੇ ਹਾਂ। ਅਵਲ ਅੱਲਾ ਨੂਰ ਉਪਾਇਆ, कुदरत के सब बंदे, एक नूर ते सब जग उपजिया, कौन भले कौन मंदे, कौन भला ते कौन मंदा है, हम नहीं चुंगे बुरा नहीं कोई। कबीर जी महाराज भी इस तरह कहते ने। एक किन्नी बड़ा संग्रह है। बलिहार जाइए गुरु अर्जन देव जी महाराज दा, ना को वैरी नहीं बिगाना, सगल संग हमको बने आई जी, सगल मीत हम आपन कीना, ना हम किसके बैराई। ये सारा कुछ कितना सुमेलित है, आपस में कितना सुमेल खांदा है, क्योंकि ये सारे ही परमात्मा दे स्वरूप ने, परमात्मा दा स्वरूप बन के संसार विच आए। वो एक स्नेहा दे के गए। उस स्नेहा केड़ा दे के गए? गुरु नानक देव जी तो लेके गुरु गोबिंद सिंह जी, जिन्हां ने भक्ति, बंदगी, सत्संग, सिमरन ते सेवा दे नाल जुड़िया है। कोई आज कबीर जी भी कहंदे ने कि हे इंसान राम सिमर पछताएगा मत, पापी जोड़ा लोभ करत है आजकल उठ जाएगा। बिल्कुल, क्योंकि परमात्मा दा सिमरन ही तेरा आधार है। तेरे जीवन दे विच केवल ते केवल गुरु नानक देव जी महाराज कहंदे ने ना कि केवल ते केवल तैनू संसार विच तू आया ते उस परमात्मा दी बंदगी वास्ते आया। परमात्मा दा भक्ति कर, परमात्मा दा सिमरन कर। गुरु अर्जन देव जी महाराज कहते ने भाई प्राप्त मानक दे हुरिया, गोबिंद मिलन की एओ तेरी बरिया, अवर काज तेरे किते न काम, मिल साध संगत भज केवल नाम, केवल नाम, राम सिमर पछताएगा। जी जी, कितनी पछताताच दी गल कीती है, कितनी पछतावे दी गल कीती है कि हे इंसान परमात्मा दा सिमरन कर, तू जीवन दे विच पछताएगा। कबीर लूटना है तो लूट ले, राम नाम है लूट, फिर पाछे पछताएंगे जब प्राण जाएंगे छूट। ਉਹ ਬਾਰ-ਬਾਰ ਇਸ ਗੱਲ ਨੂੰ ਸੁਚੇਤ ਕਰਦੇ ਨੇ ਕਿ ਬੰਦੇ ਤੇਰਾ ਟਾਈਮ ਲੰਘਦਾ ਜਾ ਰਿਹਾ ਤੇ ਫਿਰ ਪਛਤਾਉਣਾ ਪਏਗਾ। ਕਿਉਂਕਿ ਕੋਈ ਵੀ ਚੀਜ਼ ਆ, ਮੰਨ ਲਓ ਆਪਾਂ ਕੋਈ ਟ੍ਰੇਨ ਫੜਨੀ ਹੈ ਤੇ ਜੇ ਉਹ ਨਾ ਫੜੀਗੀ ਤੇ ਟ੍ਰੇਨ ਲੰਘ ਗਈ ਤੇ ਫਿਰ ਆਪਾਂ ਨੂੰ ਪਛਤਾਵਾ ਹੀ ਹੁੰਦਾ ਹੈ। ਸੋ ਐਵੇਂ ਹੀ ਜੇ ਆਪਾਂ ਉਹ ਚੀਜ਼ ਨੂੰ ਅਚੀਵ ਨਾ ਕਰ ਸਕੇ, ਜਿਹੜੀ ਚੀਜ਼ ਮੰਨ ਲਓ ਜਿਹੜਾ ਆਪਾਂ ਕੋਈ ਬਿਜ਼ਨਸ ਕਰਨ ਆ ਰਹੇ ਹਾਂ ਜਾਂ ਜਿਹੜੀ ਕੋਈ ਆਪਾਂ ਪ੍ਰਾਪਤੀ ਕਰਨ ਦੇ ਵਾਸਤੇ ਆਏ, ਕੋਈ ਚੀਜ਼ ਲੈਣ ਆਏ ਆ ਤੇ ਜੇ ਉਹ ਚੀਜ਼ ਖਰੀਦੀ ਨਹੀਂ ਤੇ ਉਦਾਂ ਖਾਲੀ ਹੱਥ ਵਾਪਸ ਜਾਵਾਂਗੇ ਤੇ ਫੇਰ ਤਾਂ ਪਛਤਾਵਾ ਹੀ ਹੋਏਗਾ। ਸੋ ਇਸ ਪਛਤਾਵੇ ਤੋਂ ਸਾਨੂੰ ਕਿਵੇਂ ਬਚਣਾ, ਉਹਦੇ ਵਾਸਤੇ ਬਾਬਾ ਕਬੀਰ ਸਾਹਿਬ ਸਾਨੂੰ ਬਾਰ-ਬਾਰ ਪ੍ਰੇਰਦੇ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਸੀਂ ਬਾਣੀ ਨੂੰ ਜ਼ਰਾ ਵਾਚੀਏ, ਦੇਖੋ ਕਿੰਨੀ ਜ਼ਬਰਦਸਤ ਇੱਕ ਮਨੁੱਖ ਦੀ ਮਾਨਸਿਕਤਾ ਦੇ ਬਾਰੇ ਗੱਲ ਕਰਦੇ ਨੇ ਕਿ हे ਇਨਸਾਨ ਤੇਰੀ ਮਾਨਸਿਕਤਾ ਇਦਾਂ ਦੀ ਹੈ ਕਿ ਰਹਿਣ ਗਵਾਏ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਤੂੰ ਕੌਡੀਆਂ ਦੇ ਭਾਅ ਆਪਣੇ ਹੀਰੇ ਅਨਮੋਲ ਜੀਵਨ ਨੂੰ ਕੌਡੀਆਂ ਦੇ ਭਾਅ ਤੇ ਵੇਚਦਾ ਪਿਆ। हे ਇਨਸਾਨ तू परमात्मा दी भक्ति कर, इहा खाट चलो अर लाहा, आगे बसन सुहेला। जी, कि अगे तेरा सुहेला तां होंदा है तू अपने जीवन काल दे विच जो इत्थे खट लेगा। नानक अगे सो मिले जे खट्टे काले दे। जे इस शरीर ने तेरी कोई खट्टी कमाई कर लई
ਤੇ ਤੂੰ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਸੁਰਖਰੂ ਹੋਏਗਾ। ਕਿਉਂਕਿ ਕਬੀਰ ਜੀ ਵੀ ਜੋ ਗੱਲ ਕਰਦੇ ਨੇ, ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਚਾਰਧਾਰਾ ਵੀ ਕਿੰਨੀ ਸੋਹਣੀ ਸਾਡੇ ਵਾਸਤੇ ਉਹ ਫਰਮਾਨ ਪੇਸ਼ ਕਰਦੇ ਨੇ। ਬਿਲਕੁਲ। ਦੇਖੋ, ਰੰਗ ਮਾਣ ਲੈ ਪਿਆਰਿਆ ਜਾ ਜੋਬਨੋ ਹੱਲਾ, ਦਿਨ ਥੋੜੇ ਥਕੇ ਪਿਆ ਪੁਰਾਣਾ ਚੋਲਾ। ਇਹ ਇਨਸਾਨ ਪਰਮਾਤਮਾ ਦੇ ਨਾਮ ਦੇ ਰੰਗ ਮਾਣ ਲੈ। ਜਦੋਂ ਤੱਕ ਤੂੰ ਵਿਰਧ ਅਵਸਥਾ 'ਚ ਨਹੀਂ ਪਹੁੰਚਦਾ, ਤੂੰ ਜਵਾਨੀ ਦੇ ਵਿੱਚ ਪਰਮਾਤਮਾ ਦੀ ਭਗਤੀ ਕਰ ਲੈ। ਬਿਲਕੁਲ। ਕਿਉਂਕਿ ਜੀਵਨ ਕਾਲ ਦੇ ਵਿੱਚ ਜਦੋਂ ਤੂੰ ਯੋਵਨ ਅਵਸਥਾ ਦੇ ਵਿੱਚ ਹੋਵੇਂਗਾ ਤੇ ਤੂੰ ਪਰਮਾਤਮਾ ਦੀ ਭਗਤੀ ਤੇ ਸਿਮਰਨ ਕਰਦਾ ਰਹੇਗਾ। ਕਿਉਂਕਿ ਉਸ ਉਮਰ ਦੇ ਵਿੱਚ ਜਿਹੜਾ ਨਾ ਵਧੀਆ ਢੰਗ ਦੇ ਨਾਲ ਸਾਰਾ ਹੋ ਜਾਂਦਾ, ਦਮ ਹੁੰਦਾ ਸਰੀਰ ਦੇ ਵਿੱਚ ਵੀ। ਨਹੀਂ ਤੇ ਜਦੋਂ ਬੰਦਾ ਥੋੜਾ ਜਿਹਾ ਬਿਰਧ ਹੋ ਕੇ ਸੋਚੇ ਤੇ ਫਿਰ ਰੂਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਣੀ, ਫਿਰ ਉਹ ਗੱਲ ਵੀ ਨਹੀਂ, ਉਹ ਉਚਾਰਨ ਵੀ ਨਹੀਂ ਪੂਰਾ ਕਰ ਪਾਉਂਦਾ। ਸੋ ਇਸੇ ਵਾਸਤੇ ਬਾਰ-ਬਾਰ ਗੁਰੂ ਕੀ ਬਾਣੀ ਦੇ ਵਿੱਚ ਸਾਨੂੰ ਇਸ ਪੱਖ ਤੋਂ ਵੀ ਬੜਾ ਸੁਚੇਤ ਕੀਤਾ ਗਿਆ ਕਿ ਤੂੰ ਪ੍ਰਾਣੀ ਤੂੰ ਆਇਓ ਸਹਿਬਾਨਾਂ ਨੇ ਇਸੇ ਵਾਸਤੇ ਕਿਹਾ ਜੀ ਲਾਹਾ ਲੈ। ਕਿਉਂਕਿ ਜਦੋਂ ਇਹ ਸ਼ਬਦ ਤੁਸੀਂ ਰਾਮ ਸਿਮਰ ਪਛਤਾਏਗਾ ਤੇ ਤੁਸੀਂ ਪਾਪੀ ਜਿਹੜਾ ਲੋਕ ਕਰਤ ਹੈ आजकल उठता है तन जोबन का गर्भ न कीजे कागज जोंगल जाएगा। कई लोगों ਨੂੰ ਆਪਣੀ ਜਵਾਨੀ ਤੇ ਬੜਾ ਗਰਭ ਹੁੰਦਾ ਹੈ, ਕਈਆਂ ਨੂੰ ਆਪਣੇ ਤਨ ਤੇ ਗਰਭ ਹੁੰਦਾ ਹੈ। ਤੇ ਕਬੀਰ ਜੀ ਕਹਿੰਦੇ ਨੇ ਕਾਗਜ਼ ਜੋਂਗਲ ਜਾਏਗਾ, ਇਹ ਕਾਗਜ਼ ਵਰਗੀ ਗੱਲ ਜਾਣਗੇ ਤੂੰ ਇਸ ਭੁਲੇਖੇ 'ਚ ਨਾ ਰਹੀ, ਆਪਣੀ ਜਵਾਨੀ ਨੂੰ ਬਰਬਾਦ ਕਰੇਗਾ। ਬੁਢੇਪਾ ਦੀ ਤੇਰੀ ਤਸਵੀਰ ਉਦੋਂ ਇਸ ਤਰ੍ਹਾਂ ਹੋ ਜਾਏਗੀ, ਕਬੀਰ ਬੇੜਾ ਜਰਜਰਾ ਫੂਟੇ 6000 ਹਿਰਵੇ ਹਿਰਵੇ ਤਰ ਗਏ ਡੂਬੇ ਜਿਨ ਸਿਰ ਪਾਰ। ਬਿਲਕੁਲ। ਬੇੜਾ ਜਰਜਰਾ, ਜਿਸ ਤਰ੍ਹਾਂ ਬੇੜੀ ਪੁਰਾਣੀ ਹੋ ਜਾਂਦੀ ਹੈ ਉਹਦੇ 'ਚ 1000 ਛੇਦ ਪੈਦਾ ਹੋ ਜਾਂਦੇ ਨੇ, ਤੇਰੇ ਬੁਢੇਪੇ ਦੇ ਵਿੱਚ ਵੀ ਕਈ ਰੋਗਾਂ ਦੇ ਛੇਦ ਪੈ ਜਾਣਗੇ ਤੇ ਉਸ ਵਕਤ ਤੇਰੇ ਕੋਲ ਭਗਤੀ ਨਹੀਂ ਕੀਤੀ ਜਾਏਗੀ। ਰੂਡਾ ਅਖੰਡ ਸ਼ਬਦ ਨਹੀਂ ਉਚਰੇ, ਸਿਰ ਕੰਪਿਓ ਪਗ ਡਗਮਗੇ, ਨੈਣ ਜੋਤੀਹੀਨ, ਇਹ ਤੇਰੀ ਅਵਸਥਾ ਹੋ ਜਾਏਗੀ। ਬਿਰਧ ਪਇਓ ਸੋ ਜੇ ਨਹੀਂ, ਕਾਲ ਪਹੁੰਚਿਓ ਆਨ। ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਕੌਣ ਨਾਨਕ ਨਰਬਾਉ ਰੇ ਕਿਉਂ ਨਾ ਭਜੇ ਭਗਵਾਨ। ਬਿਲਕੁਲ। ਬਾਉ ਰਿਹਾ ਤੂੰ ਕਿਉਂ ਪਰਮਾਤਮਾ ਦੇ ਭਗਤੀ ਵੱਲ ਨਹੀਂ ਭਜਦਾ? ਕਿਉਂਕਿ ਪਰਮਾਤਮਾ ਦੀ ਭਗਤੀ ਦੇ ਵਿੱਚ ਹੀ ਸੁੱਖ ਹੈ। ਬੰਦਗੀ ਕਰ, ਕਿਉਂਕਿ ਇਹ ਬੰਦਗੀ ਹੀ ਕਰਨ ਵਾਸਤੇ ਤੂੰ ਆਇਆ। ਬੰਦੇ ਬੰਦਗੀ ਤਿਆਰ, ਬੰਦਗੀ ਹੀ ਸਾਡਾ ਇਹ ਬੰਦਗੀ ਕਰਨ ਵਾਸਤੇ। ਬੰਦਗੀ ਦੇਖੋ ਕਬੀਰ ਜੀ ਦੇ ਕਿੰਨੇ ਸ਼ਬਦ ਨੇ। ਅੱਲਾ ਕੀ ਕਰ ਬੰਦਗੀ, ਬੰਦੇ ਬੰਦਗੀ ਇਖਤਿਆਰ, ਨਾ ਫਿਰ ਪਰੇਸ਼ਾਨੀ ਮਾਏ। ਬੰਦਗੀ ਹੀ ਮਨੁੱਖ ਨੂੰ ਜੀਵਨ ਵਿੱਚ ਲਿਆਉਂਦੀ ਹੈ। ਭਾਈ ਨੰਦ ਲਾਲ ਜੀ ਬੜਾ ਸੋਹਣਾ ਕਹਿੰਦੇ ਨੇ, ਹਵਾਏ ਬੰਦਗੀ ਅਵਰ ਤਰ ਵਜੂਦ ਮਰਾ, ਵਗਰ ਨਾ ਜ਼ੌਕ ਚੇਨੀ ਆਮਦਨ ਨਾ ਬੂਦ ਮਰਾ। ਮੈਨੂੰ ਤੇ ਬੰਦਗੀ ਦੀ ਹਵਾ ਨੇ, ਬੰਦਗੀ ਦੀ ਖਿੱਚ ਨੇ ਸੰਸਾਰ ਵਿੱਚ ਲਿਆਂਦਾ ਹੈ। ਨਹੀਂ ਤਾਂ ਮੈਨੂੰ ਆਉਣ ਦੀ ਕੋਈ ਤਮੰਨਾ ਨਹੀਂ ਸੀ, ਮੈਨੂੰ ਆਉਣ ਦੀ ਕੋਈ ਸ਼ੌਂਕ ਨਹੀਂ ਸੀ। ਮੈਂ ਤੇ ਆਇਆ ਹੀ, ਮੈਂ ਬੰਦਗੀ ਵਾਸਤੇ ਆਇਆ, ਮੈਂ ਤੇ ਆਇਆ ਹੀ ਪਰਮਾਤਮਾ ਦੇ ਸਿਮਰਨ ਵਾਸਤੇ ਆਇਆ। ਇਹ ਇਨਸਾਨ ਨਾ ਪਛਤਾ। ਜਦੋਂ ਵਿਰਧ ਅਵਸਥਾ ਚਲਾ ਜਾਏਗਾ ਤੂੰ ਪਛਤਾਂਦਾ ਰਵੇਂਗਾ, ਤੂੰ ਤਾਂ ਕਹਿੰਦਾ ਰਵੇਂਗਾ ਕਿ ਹਾਏ ਹਾਏ ਮੇਰੀ ਜਵਾਨੀ ਚਲੀ ਗਈ, ਮੈਂ ਸਿਮਰਨ ਨਹੀਂ ਕੀਤਾ। ਬਿਲਕੁਲ। ਦਮ ਜਿਹੜਾ ਵਾ ਉਹਨੂੰ ਸੰਭਾਲਣਾ ਚਾਹੀਦਾ ਹੈ। ਉਹਨੂੰ ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ। ਰਾਤ ਦਿਵਸ ਹੀ ਉਹ ਕੂਕਦੇ ਸੀ। ਐਸਾ ਜ਼ਿਕਰ ਮਿਲਦਾ ਸੰਗਤ ਜੀ ਕਿ ਬੰਦਗੀ ਦੇ ਵਿੱਚ ਐਸੇ ਲੀਨ ਹੋ ਜਾਂਦੇ ਕਿ ਉੱਚੀ ਉੱਚੀ ਕੂਕਣ ਲੱਗ ਪੈਂਦੇ, ਉੱਚੀ ਉੱਚੀ ਜਿੱਦਾਂ ਆਵਾਜ਼ਾਂ ਮਾਰਦੇ। ਤੇ ਉਹੀ ਉਹਨਾਂ ਨੇ ਉਪਦੇਸ਼ ਦਿੱਤਾ ਕਿ ਤੂੰ ਐਵੇਂ ਉਡੀਕ ਨਾ, ਹਮ ਆਦਮੀ ਹਾਂ ਇੱਕਦਮੀ, ਮੌਲਕ ਮੌਤ ਨਾ ਜਾਣਾ। ਇਹ ਗੱਲ ਇਹ ਬਿਲਕੁਲ ਕਬੀਰ ਜੀ ਦਾ ਸਮਝਾਉਣ ਦੇ ਤਰੀਕੇ ਕਿੰਨੇ ਸੋਹਣੇ ਸੋਹਣੇ ਸਨ। ਮਾਂ ਪੁੱਛਦੀ ਹੈ ਬੇਟਾ ਕਿੱਧਰ ਗਿਆ, ਕਿੱਥੇ ਗਿਆ ਸੀ? ਕਹਿੰਦਾ ਮਾਂ ਮੈਂ ਵਣਜ ਕਰਨ ਵਾਸਤੇ ਗਿਆ ਸੀ। ਕਿਹੜਾ ਵਣਜ ਸ਼ੁਰੂ ਕੀਤਾ ਜੀ? ਕਹਿੰਦਾ ਮਾਂ ਮੈਂ ਹੀਰੇ ਮੋਤੀਆਂ ਦਾ ਵਣਜ ਕੀਤਾ। ਮਾਂ ਕਹਿੰਦੀ ਕਿੱਦਾਂ ਦਾ ਹੀਰਾ ਮੋਤੀ ਦੇ ਵਣਜ ਤੂੰ ਕਰਦਾ? ਤੂੰ ਤੇ ਰਾਤੀ ਆਣਾ ਖਾਲਮ ਖਾ ਲਈ, ਸਾਡੇ ਕੋਲ ਘਰ ਪੈਸਾ ਹੈ ਨਹੀਂ ਹੈ। ਬੱਚਿਆਂ ਵੱਡੀ ਹੋ ਗਈ ਹੈ ਕੁੜੀ, ਦੋ ਬੱਚੇ ਸਨ, ਇੱਕ ਬੇਟਾ ਸੀ ਕਮਾਲ, ਇੱਕ ਕੁੜੀ ਸੀ, ਉਹਦੇ ਕੁੜੀ ਦਾ ਨਾਮ ਸੀ ਕਮਾਲੀ। ਤੇ ਚਰਖਾ ਤੂੰ ਕੱਤਦਾ ਨਹੀਂ ਹੈ ਤੇ ਤੂੰ ਕਿਹੜਾ ਹੀਰੇ ਮੋਤੀ ਦਾ ਵਣਜ ਕਰਦਾ? ਕਹਿੰਦੀ ਮਾਂ ਮੈਂ ਸਵੇਰੇ ਜਾਣਾ ਤੇ ਹੀਰੇ ਮੋਤੀ ਵਣਜ ਕੇ ਆ ਜਾਣਾ, ਇਧਰੋਂ ਲੈਣਾ ਤੇ ਉਧਰੋਂ ਵੇਚਦਾ। ਕੀ ਲੈਂਦਾ ਤੇ ਕੀ ਵੇਚਦਾ?
ਮਾਂ ਨੂੰ ਕਹਿੰਦਾ ਹੈ, ਮਾਂ ਮੈਂ ਜਿੱਥੇ ਜਾਣਾ ਉੱਥੇ ਬਹੁਤ ਘੱਟ ਲੋਕ ਚਾਹੀਦੇ। ਤੇ ਜਦੋਂ ਕਬੀਰ ਜੀ ਦਾ ਪਤਾ ਲੱਗਿਆ ਮਾਂ ਨੂੰ, ਇਹ ਤੇ ਜਾ ਕੇ ਸ਼ਮਸ਼ਾਨ ਘਾਟ ਵਿੱਚ ਬਹਿ ਜਾਂਦਾ ਹੈ। ਸ਼ਮਸ਼ਾਨ ਘਾਟ ਵਿੱਚ ਜਾ ਕੇ ਬੈਠ ਕੇ ਮੁਰਦਿਆਂ ਨੂੰ ਜਲਦਿਆਂ ਦੇਖਦਾ ਹੈ। ਤੇ ਕਬੀਰ ਜੀ ਕਹਿੰਦਾ ਹੈ, ਮਾਂ ਹਾਂ ਮੈਂ ਉਹੀ ਵਰਜ ਕਰਨਾ, ਮੈਂ ਮਨ ਨੂੰ ਸਮਝਾਣਾ ਕਿ ਹਾਟ ਜਲੇ ਜੋ ਲਾਕੜੀ, ਕੇਸ ਜਲੇ ਜੋ ਘਾਸ, ਇਹ ਜਗ ਜਲਦਾ ਦੇਖ ਕੇ ਭਇਓ ਕਬੀਰ ਉਦਾਸ। ਬਿਲਕੁਲ ਉਦਾਸ ਹੋ ਜਾਂਦੇ ਨੇ ਇਹ ਦੇਖ ਕੇ ਕਿ ਵੇਖੋ ਹੈ ਇਹ ਬੰਦਾ ਜਿਹੜਾ ਆਇਆ ਕਿਹੜੇ ਕੰਮ ਸੀਗਾ ਤੇ ਕਿਹੜਾ ਕੀਤਾ ਜੀ। ਤੇ ਜਿਹੜੇ ਤੇਰੇ ਕੇਸ ਜਲਦੇ ਪਏ, ਘਾਸ ਵਰਗੇ ਜਲਦੇ ਪਏ ਨੇ, ਤੇ ਇਹ ਜਗ ਜਲਦਾ ਦੇਖ ਕੇ ਭਇਓ ਕਬੀਰ ਉਦਾਸ। ਕਹਿੰਦਾ ਮੈਂ ਉਦਾਸ ਹਾਂ, ਰਾਮ ਸਿਮਰ ਪਛਤਾਏਗਾ ਮਨ, ਪਗੇਰ ਮਨ ਪਰਮਾਤਮਾ ਦੀ ਸਿਮਰਨ ਕਰ, ਨਹੀਂ ਤੇ ਤੂੰ ਪਛਤਾਏਗਾ। ਲੋਭ ਲਾਲਚ ਮੋਹ ਦੇ ਵਿੱਚ ਤੂੰ ਰੁਝਿਆ ਰਿਹਾ, ਲਾਲਚ ਲਾਗੇ ਜਨਮ ਗਵਾਇਆ। ਬਿਲਕੁਲ ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਏਗਾ। ਓਹੋ ਮਾਇਆ ਦੇ ਵਿੱਚ ਭਰਮ ਦੇ ਵਿੱਚ ਮਾਇਆ ਭਰਮ ਭੁਲਾਇਆ ਬੈਠੇ। ਬਿਲਕੁਲ ਜੋ ਜਮਿਆ ਮਾਇਆ ਦੇ ਪਿੱਛੇ ਲੱਗਿਆ, ਜੋ ਜਮਿਆ ਕੇਸ ਗਹਿ ਪਟਕੇ, ਤੋ ਦਿਨ ਕਛ ਨਾ ਬਸਾਏਗਾ। ਜਦੋਂ ਫਿਰ ਜਮ ਆ ਗਏ ਫਿਰ ਨਹੀਂ ਮੌਕਾ ਮਿਲਦਾ, ਫਿਰ ਕੇਸਾਂ ਤੋਂ ਪਕੜ ਕੇ ਲੈ ਕੇ ਚਲੇ ਜਾਣਗੇ, ਉਦੋਂ ਤੇਰਾ ਕੋਈ ਸਾਥੀ ਨਹੀਂ ਹੋਏਗਾ, ਤੈਨੂੰ ਕੋਈ ਨਹੀਂ ਬਚਾ ਸਕਦਾ। ਬਿਲਕੁਲ ਕਿਉਂਕਿ ਸਿਮਰਨ ਭਜਨ ਦਇਆ ਨਹੀਂ ਕੀਨੀ, ਜਿਹੜੇ ਕੰਮ ਕਰਨ ਵਾਲੇ ਸੀ ਉਹ ਕੀਤੇ ਨਹੀਂ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਝੋਟਾ ਖਾਏਗਾ। ਉਸ ਵੇਲੇ ਫਿਰ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ। ਹਾਂਜੀ ਬਿਲਕੁਲ ਬਾਰ-ਬਾਰ ਐਸਾ ਉਪਦੇਸ਼ ਜਿਹੜਾ ਕਬੀਰ ਸਾਹਿਬ ਕਰਦੇ ਨੇ। ਇੱਥੋਂ ਤੱਕ ਵੀ ਕਹਿੰਦੇ ਨੇ ਕਿ ਜੋ ਸਭ ਮੈਂ ਏਕ ਖੁਦਾਏ ਜਾਣੇ ਤੋ ਕਿਉਂ ਮੁਰਗੀ ਮਾਰੇ। ਦਇਆ ਦਾ ਬੜਾ ਸੰਕਲਪ ਉਹਨਾਂ ਨੇ ਬੜਾ ਜ਼ੋਰ ਦਿੱਤਾ ਇਸ ਗੱਲ ਤੇ, ਸਿਮਰਨ ਭਜਨ ਦਇਆ ਨਹੀਂ ਕੀਨੀ ਜੀ। जोर किया सो जुल्म है, कबीर जोर किया सो जुल्म है, जिन्हों ने जोर किया जबरदस्ती की थी वो जुल्म है। जो सब में एक खुदाए कहता है तो क्यों मुर्गे मारे। जेड़े जेड़े कहते कबीर जी ने जेड़े शब्द उच्चारण किए ने, कहते ने है दुनिया दे लोगो तुसी की कहंदे हो, केड़ा चंगा ते केड़ा माड़ा है। ਇਹ ਚੰਗਾ ਤੇ ਮਾੜਾ ਉੱਥੇ ਹੀ ਸੱਚ ਨਿਬੜੇ, ਚੁਣ ਵਖ ਕੜੇ ਜਜਮਾਲਿਆ। ਜੀ ਜੀ ਅਸਲ ਹੈ ਤੇ ਜੀਵਨ ਦੇ ਵਿੱਚ ਇੱਥੇ ਹੀ ਕਮਾਈ ਤੁਹਾਡੀ ਅੱਗੇ ਗਾਂ ਜਾ ਸਕਦੀ ਹੈ। ਬਿਲਕੁਲ ਪਰ ਤੁਸੀਂ ਤੁਹਾਡਾ ਕਸੂਰ ਨਹੀਂ, ਤੁਸੀਂ ਮਾਇਆਵੀ ਦੁਨੀਆ ਦੇ ਵਿੱਚ ਐਸੇ ਭਰਮ ਭੁਲੇਖੇ ਖਿੱਚੇ ਹੋਏ ਹੋ ਕਿ ਤੁਹਾਨੂੰ ਸੱਚ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦਾ। ਤੁਸੀਂ ਪਰਮਾਤਮਾ ਦੇ ਨਾਮ ਦੀ ਭਗਤੀ ਦਇਆ ਸਿਮਰਨ ਸਤਸੰਗ ਨਹੀਂ ਕੀਤਾ ਹੈ। ਇਨਸਾਨ ਤੇਰੇ ਜੀਵਨ ਦੇ ਵਿੱਚ ਉਹ ਕਹਾਣੀ ਆ ਜਾਗੀ। ਕਹੋ ਕਬੀਰ ਸੁਨੋਰੇ ਸੰਤੋ ਸਾਧ ਸੰਗਤ ਤਰ ਜਾਏਗਾ। ਬਿਲਕੁਲ ਜੇ ਤੂੰ ਤਰਨਾ ਚਾਵੇਂ ਤੇ ਸੰਗਤ ਵਿੱਚ ਤਰੇਗਾ। ਵੇਖੋ ਇੱਕ ਬੜੀ ਇੱਥੇ ਗਹਿਰੀ ਗੱਲ ਇਸ ਸ਼ਬਦ ਦੇ ਰਾਹੀਂ ਬਾਬਾ ਕਬੀਰ ਸਾਹਿਬ ਜੀ ਨੇ ਸਾਨੂੰ ਦਰਸਾਈ ਹੈ। ਅਕਾਊਂਟੇਬਿਲਿਟੀ ਦੀ ਗੱਲ ਹੈ। ਅਕਾਊਂਟੇਬਲ ਆਪਾਂ ਕਿਸੇ ਨੂੰ ਦੱਸਣਾ ਪੈਣਾ ਸਾਨੂੰ ਜਾ ਕੇ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਕਈ ਵਾਰੀ ਭਾਈ ਸਾਹਿਬ ਕੁਝ ਲੋਕ ਜਿਹੜੇ ਗੁਰਬਾਣੀ ਤੋਂ ਜ਼ਿਆਦਾ ਵਾਕਿਫ ਨਹੀਂ ਹੁੰਦੇ ਤੇ ਉਹ ਕਹਿ ਦਿੰਦੇ ਨੇ ਕਿ ਸਾਰਾ ਕੁਝ ਇੱਥੇ ਹੀ ਹੈ ਜੀ, ਅੱਗੇ ਕਿੰਨੇ ਵੇਖਿਆ। ਪਰ ਜਿਨ੍ਹਾਂ ਨੇ ਅੱਗਾ ਦੇਖਿਆ ਉਹ ਦੱਸਦੇ ਪਏ ਨੇ ਕਿ ਵੇਖ ਤੇਰਾ ਭਾਈ ਲੇਖਾ ਵੀ ਮੰਗਿਆ ਜਾਣਾ, ਧਰਮ ਰਾਏ ਨੇ ਤੇਰਾ ਲੇਖਾ ਮੰਗਣਾ ਤੇ ਫਿਰ ਉੱਥੇ ਕੀ ਮੂੰਹ ਲੈ ਕੇ ਜਾਏਗਾ। ਜੇ ਤੂੰ ਕਮਾਈ ਨਾ ਕੀਤੀ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਉੱਥੇ ਕਿਹੜੇ ਮੂੰਹ ਨਾਲ ਜਾਏਗਾ। ਜਦੋਂ ਆਪਾਂ ਕਹਿੰਦੇ ਆ ਨਾ ਤੂੰ ਉੱਥੇ ਜਾਣਾ ਤਾਂ ਹੈ, ਹੁਣ ਕੀ ਮੂੰਹ ਲੈ ਕੇ ਜਾਏਗਾ। ਜਿਹੜਾ ਤੂੰ ਕੰਮ ਕਰਨ ਆਇਆ ਸੀ ਉਹ ਤਾਂ ਤੂੰ ਕੀਤਾ ਨਹੀਂ। ਸਿਮਰਨ ਭਜਨ ਦਇਆ ਨਹੀਂ ਕੀਤੀ। ਜਿਹੜੇ ਕੰਮ ਕਰਨ ਆਇਆ ਸੀ ਇਹੀ ਤਾਂ ਕੰਮ ਸੀ ਤੈਨੂੰ ਤਿੰਨ ਜਿਹੜੇ ਦਿੱਤੇ, ਸਿਮਰਨ ਭਜਨ ਤੇ ਦਇਆ ਨਹੀਂ ਕੀਤੀ। ਤੇ ਤੂੰ ਹੁਣ ਉੱਥੇ ਕੀ ਦੱਸੇਗਾ ਜਾ ਕੇ। ਕਿਉਂਕਿ ਅਖੀਰ ਵਿੱਚ ਜੋ ਕਬੀਰ ਜੀ ਕਹਿੰਦੇ ਨੇ ਕਿ ਸਤਸੰਗਤ ਹੀ ਮਨੁੱਖ ਦੇ ਜੀਵਨ ਨੂੰ ਸਫਲ ਬਣਾ ਸਕਦੀ ਹੈ। ਕਬੀਰ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ। ਹਾਂ ਹੈ ਸੰਤੋ ਤੁਸੀਂ ਸੁਣ ਲਓ ਕਿ ਸਤਸੰਗਤ ਵਿੱਚ ਬੈਠ ਕੇ ਤਰ ਜਾਓਗੇ। ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਇਹੀ ਕਹਿੰਦੇ ਨੇ ਕਿ ਭਾਈ ਪ੍ਰਾਪਤ ਮਾਨਕ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ।
कबीर संगत करिए साधकी अंत करे निर्वाह, कबीर साकत संग न कीजिए दूर हो जाइए बात। ओहो ਪਾਪੀਆਂ ਦੀ ਬਹੁਤ। ਸੰਗਤ ਨਾ ਬੈਠੋ, ਹੂੰ ਸੰਗਤ ਵਿੱਚ ਉਹਨਾਂ ਸੰਗਤਾਂ ਦੀ ਸੰਗਤ ਵਿੱਚ ਬੈਠੋ ਜਿੱਥੇ ਨਾਮ ਦਾ ਵੰਜ ਹੋਵੇ। ਆਹਾ ਜਦੋਂ ਤੂੰ ਭਗਤੀ ਕਰੇਗਾ, ਬੰਦਗੀ ਕਰੇਗਾ, ਸਤਸੰਗ ਵਿੱਚ ਬੈਠੇਗਾ, ਤੇਰਾ ਮਨ ਐਸਾ ਦ੍ਰਿੜ ਨਿਸ਼ਚੇ ਦੇ ਵਿੱਚ ਪੱਕਾ ਹੋ ਜਾਵੇਗਾ, ਫਿਰ ਤੇਰੇ ਆਮਨੇ ਸਾਹਮਣੇ ਕੋਈ ਕਠਿਨਾਈਆਂ, ਕੋਈ ਪ੍ਰੋਬਲਮਸ, ਕੋਈ ਮੁਸ਼ਕਲਾਂ ਨਹੀਂ ਆਣਗੀਆਂ ਔਰ ਸਦੀਵ ਤੈਨੂੰ ਪਰਮਾਤਮਾ ਹੀ ਬਚਾਉਂਦਾ ਰਹੇਗਾ। ਬਿਲਕੁਲ ਆਪਾਂ ਜਿੱਥੇ ਦੇਖਦੇ ਆ ਨਾ ਜੀ ਕਿ ਕਬੀਰ ਸਾਹਿਬ ਜਿਹੜੇ ਨੇ ਉਹ ਫਿਰ ਸਾਨੂੰ ਬੜਾ ਹੀ ਗਹਿਰਾ ਗਿਆਨ ਜਿਹੜਾ ਉਹ ਸਾਂਝਾ ਕਰਦੇ ਪਏ ਨੇ, ਕਿਉਂਕਿ ਉਹਨਾਂ ਨੇ ਨਿਚੋੜ ਕੱਢਿਆ ਇਹ ਸਾਰੀ ਦੁਨੀਆ ਵੀ ਦੇਖੀ, ਸ਼ਮਸ਼ਾਨ ਦੇ ਵਿੱਚ ਬਹਿ ਕੇ ਉਹ ਵੀ ਸਾਰਾ ਕੁਝ ਦੇਖਿਆ ਵੀ ਇਹਦਾ ਬਣਨਾ ਕੀ ਹੈ, ਤੇ ਉਹਨਾਂ ਨੇ ਅੱਗੇ ਵੀ ਜਿਹੜੀ ਸਾਰੀ ਗੱਲ ਉਹ ਵੀ ਆਪਾਂ ਹੁਣੇ ਸਰਵਣ ਕੀਤੀ। ਸਾਧ ਸੰਗਤ ਤਰ ਜਾਏਗਾ, ਇਹ ਸੰਗਤ ਜਿਹੜੀ ਸਾਧ ਸੰਗਤ ਹੈ ਇਹੀ ਸਭ ਤੋਂ ਕੀਮਤੀ ਹੈ, ਤੇ ਇਹ ਜ਼ਰੂਰ ਜਿਹੜੀ ਹੈ ਕਰਨੀ ਬਣਦੀ ਜੀ। ਗੁਰਪ੍ਰੀਤ ਜੀ ਸਾਨੂੰ ਹਰ ਪਹਿਲੂ ਦੇ ਉੱਤੇ ਅਵੇਅਰ ਕਰਦੇ ਨੇ। ਮੈਂ ਤੇ ਕਹਿੰਦਾ 243 ਦੇ ਕਰੀਬ ਸ਼ਲੋਕ ਨੇ ਤੇ 224 ਦੇ ਕਰੀਬ ਸ਼ਬਦ ਨੇ ਭਗਤ ਕਬੀਰ ਜੀ ਦੇ। ਜੀ ਜੀ ਹਰ ਇੱਕ ਸ਼ਬਦ ਇੱਕ ਨਿਵੇਕਲ ਹੈ, ਕੋਈ ਸ਼ਬਦ ਕਿਸੇ ਦੇ ਨਾਲ ਮਿਲਦਾ ਨਹੀਂ ਹੈ, ਪਰ ਨਵਾਂ ਨਵਾਂ ਗਿਆਨ ਹੈ। ਔਰ ਐਸੀ ਚੋਟਾ ਮੈਂ ਤੇ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਇੱਕ ਨਮਕ ਹੈਗਾ ਕਿ ਇਹ ਕਬੀਰ ਜੀ ਦੀ ਬਾਣੀ ਤੋਂ ਬਿਨਾਂ ਬਾਣੀ ਦਾ ਸਵਾਦ ਇਤਨਾ ਵੱਧ ਜਾਂਦਾ ਹੈ, ਇੰਨਾ ਵੱਧ ਜਾਂਦਾ ਹੈ ਜਦੋਂ ਬੰਦਾ ਪੜ੍ਹਦਾ ਹੈ। ਔਰ ਉਹ ਤੇ ਐਸੀਆਂ ਐਸੀਆਂ ਵਿਚਾਰ ਤੇ ਐਸੀਆਂ ਐਸੀਆਂ ਸੱਟਾਂ ਮਾਰੀਆਂ ਨੇ ਕਬੀਰ ਜੀ ਨੇ, ਜੋ ਮਨੁੱਖ ਆਪਣੇ ਜੀਵਨ ਦੇ ਵਿੱਚ ਸੱਚ ਜਾਣੋ, ਜੇ ਜੀਵਨ ਦੇ ਵਿੱਚ ਉਹ ਬਾਣੀ ਪੜ੍ਹੇ, ਉਹਨੂੰ ਇੱਕ ਸੱਚਖੰਡ ਦਾ ਦੁਆਰ ਮਾਰਗਦਰਸ਼ਨ ਦਿੰਦਾ ਹੈ। ਕਿਉਂਕਿ ਕਬੀਰ ਜੀ ਦੀ ਜੀਵਨ ਦੇ ਵਿੱਚ ਕੋਈ, ਮੈਂ ਪਹਿਲੇ ਕਿਹਾ, ਕੰਪਰੋਮਾਈਜ਼ ਨਹੀਂ ਹੈ। ਇੱਕ ਸ਼ਬਦ ਆਂਦਾ ਹੈ ਗੁਰਪ੍ਰੀਤ ਜੀ ਬੜਾ ਪਿਆਰਾ, ਕਬੀਰ ਜੀ ਕਹਿੰਦੇ ਸੰਤ ਨਾ ਛਾੜੇ ਸੰਤਈ, ਜੇ ਕੋਟਕ ਮਿਲੇ ਸੰਤ, ਜੀ ਜੀ ਮਲਿਆਗਰ ਭਯੰਗਮ ਪੇੜਿਓ ਸੀਤਲਤਾ ਨਹਿਤ ਜੰਤ। ਕਹਿੰਦਾ ਜਦੋਂ ਤੂੰ ਸਤਸੰਗ ਵਿੱਚ ਜਾਵੇਂਗਾ ਨਾ, ਤੇਰੇ ਮਹਾਪੁਰਸ਼ ਸੰਤਾਂ ਦੇ ਨਾਲ ਜਦੋਂ ਸੰਗਤ ਹੋਵੇਗੀ, ਉਹ ਇੱਕ ਐਸੇ ਸੰਤ ਹੋਣਗੇ, ਤੇਰੇ ਅੰਦਰ ਇੱਕ ਐਸਾ ਉਹਨਾਂ ਦਾ ਵਾਈਬ੍ਰੇਸ਼ਨ ਤੇ ਆਭਾ ਮੰਡਲ ਆ ਜਾਵੇਗਾ, ਤੇਰੇ ਅੰਦਰ ਇਤਨੀ ਪਰਪੱਕਤਾ ਆ ਜਾਵੇਗੀ, ਫਿਰ ਤੂੰ ਜੀਵਨ ਦੇ ਵਿੱਚ ਕਦੀ ਵੀ ਕੁਸੰਗਤ ਵਿੱਚ ਜੇ ਤੂੰ ਕਿਤੇ ਭੁਲੇਖੇ ਨਾਲ, ਬਿਲਕੁਲ ਜੇ ਕਿਸੇ ਮਾੜੀ ਸੰਗਤ ਮਿਲ ਵੀ ਜਾਊਗੀ ਤਾਂ ਵੀ, ਕਿਉਂਕਿ ਸੰਤ ਨਾ ਛਾੜੇ ਸੰਤ ਹੀ, ਜੋ ਕੋਟਕ ਮਿਲਿਆ ਸੰਤ, ਮਲਿਆਗਰ ਭੁਜੰਗਮ ਵੇਦਿਅਤ ਹੀ ਤਲਤਾ ਨਾਤ ਜੰਤ। ਚੰਦਨ ਦੇ ਰੁੱਖ ਦੇ ਆਲੇ ਦੁਆਲੇ ਵੇਖੋ, ਵੇਖੋ ਚੰਦਨ ਦੇ ਰੁੱਖ ਦੇ ਆਲੇ ਦੁਆਲੇ ਭਾਵੇਂ ਸੱਪ ਲਿਪਟੇ ਹੁੰਦੇ ਨੇ, ਜ਼ਹਿਰੀਲੇ ਹੁੰਦੇ ਨੇ, ਪਰ ਚੰਦਨ ਆਪਣਾ ਸੁਭਾਅ ਨਹੀਂ ਛੱਡਦਾ, ਉਹ ਆਪਣੀ ਠੰਡਕ ਉਵੇਂ ਦੇਈ ਜਾਂਦਾ। ਇਹ ਸੁਭਾਅ ਆ ਕਬੀਰ ਸਾਹਿਬ ਨੂੰ ਵੀ ਬੜਾ ਕੁਝ ਆਪਣੇ ਜੀਵਨ ਦੇ ਵਿੱਚ ਝੱਲਣਾ ਪਿਆ, ਪਰ ਉਹਨਾਂ ਨੇ ਸੰਤ ਨਾ ਛਾੜੇ ਸੰਤ ਹੀ, ਉਹਨਾਂ ਨੇ ਉਹ ਗੁਣ ਉਹ ਨਹੀਂ ਛੱਡਿਆ। ਐਸਾ ਵੀ ਵੇਖੋ ਜੀ, ਕਿਉਂਕਿ ਕਬੀਰ ਸਾਹਿਬ ਇੱਥੇ ਇਹ ਵੀ ਕਹਿ ਰਹੇ ਨੇ ਕਿ ਕਬੀਰ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਰਾਮ ਹੈ ਏਕੋ ਜੀ। ਇਹ ਸੱਚੇ ਸੰਤਾਂ ਦੀ ਗੱਲ ਕੀਤੀ ਹੈ। ਇੱਕ ਥਾਂ ਤੇ ਇਹ ਵੀ ਕਿਹਾ ਕਿ ਹਰ ਕੇ ਸੰਤ ਨਾ ਆਖੇ ਬਨਾਰਸ ਕੇ ਠੱਗ। ਬਿਲਕੁਲ ਦੋਨੋਂ ਪੱਖ ਵੇਖੋ ਬਾਬਾ ਕਬੀਰ ਸਾਹਿਬ ਨੇ। ਜੇ ਪਖੰਡੀ ਨੂੰ ਵੇਖਦੇ ਨੇ ਤੇ ਉੱਥੇ ਕਹਿੰਦੇ ਨੇ ਕਿ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਨੇ, ਇੱਕ ਜਗ੍ਹਾ ਕਹਿ ਰਹੇ ਨੇ ਤੇ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਸੋ ਦੋਨੋਂ ਹਸਤੀਆਂ ਜਿਹੜੀਆਂ ਨੇ ਉਹ ਬਰਾਬਰ ਚੱਲਦੀਆਂ ਰਹਿੰਦੀਆਂ, ਨਕਲ ਵੀ ਹੁੰਦੀ ਹੈ ਤੇ ਅਸਲ ਵੀ ਹੁੰਦੀ ਹੈ ਜੀ ਜੀ। ਕਿਉਂ ਸੱਚ ਤੇ ਝੂਠ ਦੀ ਗੱਲ ਹੈ, ਸੱਚ ਦਾ ਪ੍ਰਚਾਰ ਤੇ ਝੂਠ ਦਾ ਪ੍ਰਚਾਰ, ਉਹ ਤੋਂ ਅਵੇਅਰਨੈਸ ਲਿਆਉਣ ਵਾਸਤੇ ਕਬੀਰ ਜੀ ਨੇ ਹਰ ਪੱਖ ਦਾ ਗਿਆਨ ਦਿੱਤਾ। ਦੇਖੋ ਮੈਂ ਗੁਰਪ੍ਰੀਤ ਜੀ ਕਈ ਵਾਰ ਕਬੀਰ ਜੀ ਦੀ ਸ਼ਬਦ ਗੁਰਬਾਣੀ ਪੜ੍ਹਦਾ, ਅਸੀਂ ਬਹੁਤ ਸਾਰੇ ਵਿਚਾਰਾਂ ਦੇ ਉੱਤੇ ਅਸੀਂ ਵਿਚਾਰ ਕੀਤੀ ਹੈ, ਕਿਉਂਕਿ ਸ਼ਬਦ ਬਹੁਤ ਸਾਰੇ ਨੇ। ਕਿਤੇ ਤੇ ਘਮੰਡ ਦੀ ਗੱਲ ਕੀਤੀ ਹੈ ਕਿ ਆਪਣਾ ਉੱਚੇ ਘਰ ਨੂੰ ਦੇਖ ਕੇ ਕਬੀਰ ਗਰਭ ਨਾ ਕੀਜੀਏ, ਉੱਚਾ ਦੇਖਾ। ਕਿਤੇ ਗੱਲ ਕੀਤੀ ਹੈ ਕਬੀਰ ਗਰਭ ਨਾ ਕੀਜੀਏ, ਦੇਹੀ ਸੁਰੰਗ ਦੇਹੀ ਆਪਣੀ ਵਰਗੇ ਨੂੰ ਦੇਖ ਕੇ ਤੋਂ ਅਹੰਕਾਰ ਨਾ ਕਰ। ਕਬੀਰ ਗਰਭ ਨਾ ਕੀਜੀਏ, ਰੰਕ ਨਾ ਹੱਸੀਏ ਕੋਏ, ਅਜੇ ਨਾਉ ਸਮੁੰਦਰ ਮੇਂ ਕਿਆ ਜਾਣਾ ਕਿਆ ਹੋਏ। ਦੇਖੋ ਕਿਹੜਾ ਗਿਆਨ ਦਿੱਤਾ, ਕਿੰਨਾ ਜ਼ਬਰਦਸਤ, ਹਰ ਪੱਖੋਂ ਸਾਨੂੰ ਅਵੇਅਰ ਕਰਦੇ ਗਏ ਨੇ।
ਮੈਂ ਕਈ ਵਾਰ ਕਬੀਰ ਜੀ ਬੜਾ ਹੈਰਾਨ ਹੋਣਾ, ਖਾਣ ਪੀਣ ਦੀ ਵੀ ਉਹਨਾਂ ਨੇ ਸਮਝਾਈ ਇਹ ਗੱਲ, ਜਿਹੜਾ ਵਰਦਾਨ ਦੇ ਰੂਪ ਵਿੱਚ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਕਬੀਰ ਖੂਬ ਖਾਣਾ ਖਿਚੜੀ, ਜਾਮੇ ਲੋਣੇ ਜਾਮੇ ਅੰਮ੍ਰਿਤ ਲੋਣ, ਕਿ ਵਧੀਆ ਖਾਣਾ ਖਿਚੜੀ ਹੈ। ਤੇ ਮੈਂ ਸੋਚਦਾ, ਦੇਖੋ ਬਲਿਆਰ ਜਾਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ, ਉਸ ਦੇ ਸੰਗ੍ਰਹਿ ਤੇ ਜੇ ਤੰਦਰੁਸਤ ਬੰਦਾ ਰਹਿੰਦਾ ਹੈ ਤੇ ਜੇ ਤੰਦਰੁਸਤੀ ਨੂੰ ਜਾਣਾ ਚਾਹੇ ਉਹ ਖਿਚੜੀ ਦਾ ਖਾਸ ਸੇਵਨ ਕਰੇ। ਜਦੋਂ ਖਿਚੜੀ ਜੀਵਨ ਦੇ ਵਿੱਚ ਬੰਦਾ ਖਾਂਦਾ ਹੈ, ਉਹਦਾ ਹਮੇਸ਼ਾ ਸਿਹਤ ਤੰਦਰੁਸਤ ਰਹਿੰਦੀ ਹੈ। ਇਸੇ ਵਾਸਤੇ ਅੱਜ ਹਸਪੀਟਲ ਦੇ ਵਿੱਚ ਇੱਕ ਬਕਾਇਦਾ ਡਾਈਟ ਬਣਾਈ ਗਈ ਹੈ ਪੇਸ਼ੈਂਟ ਵਾਸਤੇ, ਕਿ ਉਹਨਾਂ ਨੂੰ ਦਲੀਆ ਤੇ ਖਿਚੜੀ ਜ਼ਰੂਰ ਦਿਓ। ਤੇ ਕਬੀਰ ਜੀ ਨੇ ਅੱਜ ਤੋਂ ਦੇਖੋ 500-700 ਸਾਲ ਪਹਿਲਾਂ ਕਹਿਤਾ ਸੀ, ਕਬੀਰ ਖੂਬ ਖਾਣਾ ਖਿਚੜੀ, ਕਿ ਇਹ ਖਿਚੜੀ ਬਹੁਤ ਵਧੀਆ ਖਾਣਾ ਹੈ ਜੀ। ਮੈਂ ਹੈਰਾਨ ਹੋਣਾ ਕਿ ਦੇਖੋ ਇੱਕ ਪੱਖ ਦਾ ਗਿਆਨ ਉਹਨਾਂ ਨੇ ਨਹੀਂ ਛੱਡਿਆ, ਉਹ ਹਰ ਪੱਖੋਂ ਸਾਨੂੰ ਅਵੇਅਰ ਕੀਤਾ, ਹੁਸ਼ਿਆਰ ਕੀਤਾ। ਹਰ ਪੱਖ ਦਾ ਗਿਆਨ ਜਿਹੜਾ ਬਾਬਾ ਕਬੀਰ ਸਾਹਿਬ ਸਾਨੂੰ ਦਿੰਦੇ ਨੇ, ਕਿਉਂਕਿ ਉਹ ਚਾਹੁੰਦੇ ਨੇ ਕਿ ਇਹ ਜੀਵਨ ਜਿਹੜਾ ਨਾ ਬੜਾ ਮਹਿੰਗਾ ਮਿਲਿਆ। ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜਾ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਬੜੀ ਮਹਿੰਗੀ ਹੈ, ਤੇ ਇਹਨੂੰ ਐਵੇਂ ਨਾ ਵੇਸਟ ਨਾ ਕਰ ਜਾਏ ਐਵੇਂ, ਕਿਉਂਕਿ ਐਵੇਂ ਛੋਟੀਆਂ ਉਲਝਣਾਂ ਦੇ ਵਿੱਚ ਇਨਸਾਨ ਫਸਿਆ ਰਹਿ ਜਾਂਦਾ, ਤੇ ਜਿਹੜੇ ਕੰਮ ਕਰਨ ਆਉਂਦਾ ਵਾ ਉਹਨੂੰ ਮਿਸ ਕਰ ਜਾਂਦਾ। ਤੇ ਫਿਰ ਕਿਉਂਕਿ ਇਹ ਗੱਲ ਬੜੀ ਇੱਕ ਪ੍ਰੈਕਟੀਕਲ ਜਿਹੜੀ ਇੱਥੇ ਉਹਨਾਂ ਨੇ ਸਮਝਾਈ ਹੈ ਕਿ ਆਖਿਰ ਸਾਨੂੰ ਜਾਣਾ ਪੈਣਾ, ਤੇ ਉੱਥੇ ਅਸੀਂ ਅਕਾਊਂਟੇਬਲ ਵੀ ਆ ਕਿ ਅਸੀਂ ਕੀ ਲੈ ਕੇ ਆਏ ਸੀ, ਕੀ ਖਰਚਾ ਕੀਤਾ, ਕੀ ਨਫਾ ਨੁਕਸਾਨ ਜਿਹੜਾ ਆ ਉੱਥੇ ਸਾਨੂੰ, ਕਿਉਂਕਿ ਮਹਾਰਾਜ ਵੀ ਬਖਸ਼ਿਸ਼ ਕਰਦੇ ਨੇ ਕਿ ਲਿਖ ਨਾਮ ਹੈ ਧਰਮ ਬਹਾਲਿਆ, ਉੱਥੇ ਸੱਚੋ ਹੀ ਸੱਚ ਨਿਬੜੇ। ਉੱਥੇ ਤਾਂ ਸੱਚੋ ਸੱਚ ਗੱਲ ਹੋਣੀ ਆ, ਉੱਥੇ ਕੋਈ ਜਿਵੇਂ ਆਪਾਂ ਇੱਥੇ ਕੋਈ ਝੂਠ ਸੱਚ ਕਰ ਲੈਂਦੇ ਹਾਂ ਜਾਂ ਸਿਫਾਰਿਸ਼ ਪਵਾ ਲੈਂਦੇ ਨੇ, ਉੱਥੇ ਸਿਫਾਰਿਸ਼ ਵੀ ਫਿਰ ਉਹਨਾਂ ਦੀ ਹੀ ਚੱਲਦੀ ਹੈ। ਹਰ ਦਰਗੇ ਕਾਬਾ ਸੀਠ, ਫਿਰ ਉੱਥੇ ਸਤਿਗੁਰ ਸੱਚੇ ਨਾਲ ਕਹੋ ਨਾਨਕ ਸੋਭਾ ਸੰਗ ਜਾਓ ਪਾਰ ਬ੍ਰਹਮ ਕੇ ਦੁਆਰੇ। ਜਦੋਂ ਇੱਕ ਐਸਾ ਸਮਾਂ ਆਏਗਾ ਕਿ ਉੱਥੇ ਇੱਜ਼ਤ ਦੇ ਸਤਿਕਾਰ ਦੇ ਨਾਲ ਫਿਰ ਤੈਨੂੰ ਸੰਸਾਰ ਤੋਂ ਜਾਣਾ ਪਏਗਾ। ਤੇ ਕਬੀਰ ਜੀ ਦੇ ਕਹਿਣ ਦਾ ਸ਼ਬਦ ਦਾ ਭਾਵ ਇਹ ਹੈ ਕਿ ਫਿਰ ਤੂੰ ਉਦੋਂ ਤੈਨੂੰ ਪਛਤਾਣਾ ਨਹੀਂ ਹੋਵੇਗਾ, ਤੇ ਤੂੰ ਬੜਾ ਸੁਰਖਰੂ ਹੋ ਕੇ ਸੰਸਾਰ ਤੋਂ ਜਾਏਗਾ, ਤੇ ਤੂੰ ਕਹੇਗਾ ਕਿ ਜੀ ਮੇਰੀ ਜੀਵਨ ਯਾਤਰਾ ਸਫਲ ਹੋਈ ਹੈ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਬਿਲਕੁਲ, ਤੇ ਇਹ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ। ਇਸ ਪੱਖ ਤੋਂ ਆਪਾਂ ਜਿਹੜਾ ਵਾ ਆਪਣੇ ਜੀਵਨ ਦੇ ਵਿੱਚ ਕਮਾਈ ਲੈ ਕੇ ਆਉਣੀ ਹੈ, ਕਿਉਂਕਿ ਉਹਨਾਂ ਦੀਆਂ ਕਥਾ ਕਹਾਣੀਆਂ ਬਾਤਾਂ ਸੁਣਨ ਦਾ ਆਪਾਂ ਨੂੰ ਫੇਰ ਹੀ ਲਾਹਾ ਕਿ ਉਹ ਗੱਲ ਆਪਾਂ ਆਪਣੇ ਜੀਵਨ ਦੇ ਵਿੱਚ ਲੈ ਕੇ ਆਈਏ। ਜਿਹੜੀ ਕਮਾਈ ਦੀ ਉਹ ਗੱਲ ਕਰਦੇ ਨੇ, ਜਿਹੜੀ ਕਮਾਈ ਉਹਨਾਂ ਕੀਤੀ ਉਹਦਾ ਕੁਝ ਅੰਸ਼ ਤਾਂ ਆਪਾਂ ਲੈ ਕੇ ਚੱਲੀਏ, ਤਾਂ ਹੀ ਸਾਡਾ ਉਹਨਾਂ ਦੇ ਨਾਲ ਸੱਚੀ ਪ੍ਰੀਤ ਜਿਹੜੀ ਹੈ ਬਣ ਪਾਏਗੀ। ਤੇ ਜਿੱਥੇ ਉਹ ਸਾਨੂੰ ਲੈ ਕੇ ਜਾਣਾ ਚਾਹੁੰਦੇ ਨੇ ਉੱਥੋਂ ਤੱਕ ਆਪਾਂ ਆਪਣੇ ਜੀਵਨ ਦੇ ਵਿੱਚ ਮੁਸ਼ੱਕਤ ਕਰੀਏ। ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਿਲਕੁਲ। ਸੋ ਸਰਦਾਰ ਤਰਿੰਦਰ ਸਿੰਘ ਹੋਰਾਂ ਦੇ ਨਾਲ ਅਸੀਂ ਇਹ ਵਿਚਾਰਾਂ ਸਾਂਝੀਆਂ ਕੀਤੀਆਂ। ਸੋ ਹੁਣ ਫਤਿਹ ਅਰਜ਼ ਕਰਦੇ ਸੰਗਤ ਜੀ, ਆਪ ਜੀ ਪਾਸੋਂ ਆਗਿਆ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਲ ਅੱਲਾ